ਭਾਰਤ ਵਿੱਚ ਕੰਮ ਕਰਦੀਆਂ ਸਾਰੀਆਂ ਹੀ ਸਰਕਾਰਾਂ ਹੁਣ ਤੱਕ, ਚਾਹੇ ਜਿਹੜਾ 70-72 ਸਾਲਾਂ ਦਾ ਰਾਜਨੀਤਿਕ ਇਤਿਹਾਸ ਹੈ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਸਰਕਾਰ ਦੇਸ਼ ਦੇ ਮੀਡੀਆ ਔਰ ਦੇਸ਼ ਦੀਆਂ ਅਦਾਲਤਾਂ ਤੋਂ ਥੋੜ੍ਹਾ ਤਰਬਕ ਕੇ ਚੱਲਦੀ ਹੈ, ਕਿਉਂਕਿ ਲਗਾਤਾਰ ਪਿਛਲੇ ਸਮੇਂ ਦੌਰਾਨ ਇਹ ਹੋ ਰਿਹਾ ਸੀ ਕਿ ਦੇਸ਼ ਦਾ ਮੀਡੀਆ ਸਰਕਾਰ ਦੀਆਂ ਵੱਖ-ਵੱਖ ਕਮਜ਼ੋਰੀਆਂ 'ਤੇ ਉਂਗਲ ਚੁੱਕਦਾ ਰਹਿੰਦਾ ਸੀ। ਅਤੇ ਇਸ ਦੇ ਨਾਲ ਹੀ ਅਦਾਲਤਾਂ ਵੱਲੋਂ ਵੀ ਬਹੁਤ ਸਾਰੀਆਂ ਸਖਤ ਟਿੱਪਣੀਆਂ ਪਿਛਲੀਆਂ ਸਮਿਆਂ ਦੌਰਾਨ ਸਰਕਾਰ ਦੇ ਕੰਮਕਾਜ 'ਤੇ, ਹਿਊਮਨ ਰਾਈਟਸ ਦੀ ਵਾਇਲੇਸ਼ਨ ਦੇ ਮਾਮਲੇ 'ਚ, ਜਾਂ ਹੋਰ ਜਿਹੜੇ ਸਰਕਾਰ ਦੇ ਕੰਮਕਾਜ ਕਰਨ ਦੇ ਢੰਗ ਆ, ਵਿਕਾਸ ਦੇ ਮਾਮਲੇ 'ਚ, ਘੱਟ ਗਿਣਤੀਆਂ ਦੇ ਮਾਮਲੇ 'ਚ, ਗਰੀਬਾਂ ਦੇ ਮਾਮਲੇ 'ਚ, ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਨੇ ਜਿਸ ਵਿੱਚ ਭਾਰਤੀ ਸੁਪਰੀਮ ਕੋਰਟ ਨੇ ਅਤੇ ਭਾਰਤੀ ਹਾਈ ਕੋਰਟਸ ਨੇ ਬਹੁਤ ਸਾਰੀਆਂ ਸਖਤ ਟਿੱਪਣੀਆਂ ਸਰਕਾਰਾਂ 'ਤੇ ਕੀਤੀਆਂ ਹਨ। ਅਤੇ ਬਹੁਤ ਲੰਮੇ ਸਮੇਂ ਤੋਂ ਸਰਕਾਰੀ ਤੰਤਰ ਚਲਾ ਰਹੇ, ਜਿਹਨੂੰ ਆਪਾਂ ਸਟੇਟ ਕਹਿੰਦੇ ਹਾਂ, ਉਸ ਅਫਸਰਸ਼ਾਹੀ ਦਾ ਇਹ ਮਨਸ਼ਾ ਸੀ ਕਿ ਸਰਕਾਰਾਂ ਨੂੰ ਅਦਾਲਤਾਂ ਦੀ ਇਸ ਸਕਰੀਨਿੰਗ ਤੋਂ ਅਤੇ ਮੀਡੀਆ ਦੀ ਇਸ ਸਕਰੀਨਿੰਗ ਤੋਂ ਵੱਖ ਕਰ ਲਿਆ ਜਾਵੇ, ਜਾਂ ਉਹਨਾਂ ਨੂੰ ਅਦਾਲਤਾਂ ਦੇ ਉੱਪਰ ਇੱਕ ਤਰ੍ਹਾਂ ਨਾਲ ਉੱਤਮ ਦਰਜਾ ਦੇ ਦਿੱਤਾ ਜਾਵੇ। ਸੋ ਉਸ ਕਾਰਜ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਮੀਡੀਆ ਨੂੰ ਆਪਣੇ ਨਾਲ ਲਾਇਆ। ਹੌਲੀ ਹੌਲੀ ਇਹ ਹੋਇਆ ਵੀ ਸੱਤਾਧਾਰੀ ਤਾਕਤਾਂ ਨੇ ਹੀ ਮੀਡੀਆ ਦੇ ਬਹੁਤ ਸਾਰੇ ਆਊਟਲੈਟਸ ਨੂੰ ਖਰੀਦ ਲਿਆ। ਬਹੁਤ ਸਾਰੇ ਜਿਹੜੇ ਮੀਡੀਆ ਸਮੂਹ ਨੇ ਇਸ ਵੇਲੇ, ਉਹ ਸੱਤਾਧਾਰੀਆਂ ਵੱਲੋਂ ਹੀ ਖਰੀਦੇ ਹੋਏ ਹਨ, ਜਾਂ ਜਿਹੜੇ ਖਰੀਦੇ ਵੀ ਨਹੀਂ, ਉਹ ਇੰਡਾਇਰੈਕਟਲੀ ਸਰਕਾਰਾਂ ਦੇ ਨਾਲ ਮਿਲ ਕੇ ਚੱਲਦੇ ਹਨ। ਹੁਣ ਆਪਾਂ ਦੇਖ ਰਹੇ ਹਾਂ ਕਿ ਜਿੱਥੇ ਮੀਡੀਆ ਦਾ ਕੰਮ ਇਹ ਹੁੰਦਾ ਸੀ ਵੀ ਸਰਕਾਰਾਂ ਦੀਆਂ ਗਲਤ ਨੀਤੀਆਂ 'ਤੇ ਉਂਗਲ ਧਰਨੀ, ਹੁਣ ਉਹ ਮੀਡੀਆ ਅਦਾਰੇ ਸਾਰਾ ਦਿਨ ਸਰਕਾਰਾਂ ਦੀ ਸ਼ਲਾਘਾ ਕਰਦੇ ਹਨ ਅਤੇ ਵਿਰੋਧੀਆਂ ਦੇ ਜਿਹੜੇ ਪੋਤੜੇ ਨੇ ਉਹ ਫੋਲਦੇ ਹਨ। ਸੋ ਜਿਹੜੇ ਲੋਕ ਸੱਤਾ ਵਿੱਚ ਨਹੀਂ ਹਨ, ਜਿਹੜੇ ਲੋਕ ਪਾਵਰ ਵਿੱਚ ਨਹੀਂ ਹਨ, ਉਹਨਾਂ ਦੇ ਖਿਲਾਫ ਮੁਹਿੰਮ ਚਲਾਈ ਜਾਂਦੀ ਹੈ, ਸਰਕਾਰ ਦੇ ਖਿਲਾਫ ਕੋਈ ਮੁਹਿੰਮ ਨਹੀਂ ਚਲਾਈ ਜਾਂਦੀ। ਸੋ ਇੱਕ ਤਰ੍ਹਾਂ ਨਾਲ ਮੀਡੀਆ ਨੂੰ ਕਾਬੂ ਕਰਨ ਤੋਂ ਬਾਅਦ ਉਹਨਾਂ ਨੇ ਭਾਰਤੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਵੱਲ ਰੁਖ ਕੀਤਾ। ਕੁਝ ਸਮਾਂ ਪਹਿਲਾਂ ਜੱਜਾਂ ਦੀ ਨਿਯੁਕਤੀ ਦੇ ਮਾਮਲੇ 'ਚ ਇਹ ਹੋਇਆ ਸੀਗਾ ਕਿ ਇੱਕ ਸੀਨੀਅਰ ਵਕੀਲ ਨੂੰ ਜੱਜ ਨਿਯੁਕਤ ਕੀਤਾ ਜਾਣਾ ਸੀ, ਪਰ ਭਾਰਤੀ ਜਨਤਾ ਪਾਰਟੀ ਦੇ ਮੁਖੀ ਅਮਿਤ ਸ਼ਾਹ ਨੇ ਦੀਆਂ ਹਦਾਇਤਾਂ 'ਤੇ ਉਸ ਦੀ ਨਿਯੁਕਤੀ ਰੋਕ ਲਈ ਗਈ, ਕਿਉਂਕਿ ਉਹ ਜਿਹੜਾ ਸੀਨੀਅਰ ਵਕੀਲ ਸੀ ਉਹ ਕਿਸੇ ਸਮੇਂ ਅਮਿਤ ਸ਼ਾਹ ਦੇ ਖਿਲਾਫ ਵਕੀਲ ਦੇ ਤੌਰ 'ਤੇ ਭੁਗਤਿਆ ਸੀ। ਸੋ ਇੱਕ ਤਰ੍ਹਾਂ ਨਾਲ ਉਹਦੀ ਜਿਹੜੀ ਕਾਨੂੰਨ ਦੀ ਡਿਗਰੀ ਜਾਂ ਕਾਨੂੰਨ ਦਾ ਉਹਦਾ ਇੱਕ ਤਰ੍ਹਾਂ ਨਾਲ ਐਕਸਪੀਰੀਅੰਸ ਸੀ, ਉਹਨੂੰ ਅੱਖੋਂ ਉਹਲੇ ਕਰਕੇ ਰਾਜਨੀਤਿਕ ਤੌਰ 'ਤੇ ਫੈਸਲੇ ਲਏ ਗਏ। ਸੋ ਉਸ ਦਿਨ ਤੋਂ ਇਹ ਸਮਝ ਆ ਗਈ ਸੀ ਕਿ ਭਾਰਤੀ ਰਾਜਨੀਤੀਵਾਨ ਆ ਜਿਹੜੇ, ਉਹ ਹੁਣ ਜੱਜਾਂ ਨੂੰ ਤੇ ਵੀ ਆਪਣਾ ਸਕੰਜਾ ਕੱਸਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸੋ ਹੌਲੀ ਹੌਲੀ ਹੋਇਆ, ਆਪਾਂ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਭਾਰਤੀ ਸੁਪਰੀਮ ਕੋਰਟ ਦੇ 4 ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਤੋਂ ਬਾਅਦ ਇੱਕ ਤਰਨ ਗਗੋਈ ਨੂੰ, ਜਿਸ ਤਰ੍ਹਾਂ ਹੁਣ ਉਹਨਾਂ ਤੋਂ ਕੁਝ ਇਹੋ ਜਿਹੇ ਫੈਸਲੇ ਲਏ ਗਏ ਕਸ਼ਮੀਰ ਬਾਰੇ ਜੋ ਕੁਝ ਹੋਇਆ, ਉਹਦੇ ਖਿਲਾਫ ਜਿੰਨੀਆਂ ਵੀ ਰਿਟ ਪਟੀਸ਼ਨਾਂ ਆਈਆਂ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ। ਉਹ ਤੋਂ ਬਾਅਦ ਰਾਮ ਮੰਦਰ ਜਨਮ ਭੂਮੀ ਮਸਲੇ 'ਤੇ ਜਿਹੜੇ ਹਿੰਦੂਆਂ ਦੇ ਹੱਕ ਵਿੱਚ ਸਾਰੀ ਜਿਹੜਾ ਫੈਸਲਾ ਉਹ ਹੋਇਆ, ਅਤੇ ਹੁਣ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਆ ਜਿਹੜਾ ਉਹ ਨਿਯੁਕਤ ਕਰ ਦਿੱਤਾ ਗਿਆ। ਸੋ ਇੱਕ ਤਰ੍ਹਾਂ ਨਾਲ ਦੇਖ ਰਹੇ ਹਾਂ ਕਿ ਸਾਰੀ ਰਾਜਨੀਤਿਕ ਖੇਡ ਆ ਜਿਹੜੀ ਜੱਜਾਂ ਵੱਲੋਂ ਖੇਡੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਹਾਲੇ ਵੀ ਭਾਰਤੀ ਅਦਾਲਤੀ ਸਿਸਟਮ ਵਿੱਚ ਕੁਝ ਰੂਹਾਂ ਹਾਲੇ ਬਚੀਆਂ ਨੇ ਜਿਹੜੀਆਂ ਕਰਪਟ ਨਹੀਂ ਹੋਈਆਂ, ਉਹ ਗਾਹੇ ਬਗਾਹੇ ਸਰਕਾਰਾਂ 'ਤੇ ਟਿੱਪਣੀਆਂ ਕਰ ਦਿੰਦੀਆਂ ਹਨ। ਸੋ ਪਰ ਜਿਹੜਾ ਸਰਕਾਰਾਂ ਦਾ ਰੁਖ ਪਹਿਲਾਂ ਅੰਦਰ ਖਾਤੇ ਸੀ ਜਾਂ ਪਰਦੇ ਦੇ ਓਹਲੇ ਸੀ, ਹੁਣ ਉਹ ਸਪਸ਼ਟ ਰੂਪ ਵਿੱਚ ਸਾਹਮਣੇ ਆਉਣ ਲੱਗਿਆ ਹੈ। ਸਰਕਾਰਾਂ ਸਪਸ਼ਟ ਰੂਪ ਵਿੱਚ ਅਦਾਲਤਾਂ ਨੂੰ ਡਰਾਉਣ ਲੱਗ ਗਈਆਂ ਹਨ। ਸੋ ਇਸ ਤਰ੍ਹਾਂ ਦਾ ਕੇਸ ਪਿਛਲੇ ਦਿਨੀ ਸਾਹਮਣੇ ਆਇਆ ਹਾਈ ਕੋਰਟ ਵਿੱਚ, ਦਿੱਲੀ ਹਾਈ ਕੋਰਟ ਵਿੱਚ, ਅਤੇ ਉਸ ਵਿੱਚ ਇਹ ਹੋਇਆ ਕਿ ਬਹੁਤ ਸਾਰੇ, ਲਗਭਗ ਦੇਸ਼ ਦੇ 40 ਪ੍ਰਮੁੱਖ ਵਕੀਲਾਂ ਨੇ ਅਦਾਲਤ ਨੂੰ ਇੱਕ ਚਿੱਠੀ ਲਿਖੀ ਵੀ ਦੇਸ਼ ਵਿੱਚ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਦਾ, ਜਿਹੜੇ ਬਹੁਤ ਹੀ ਗਰੀਬ ਮਜ਼ਦੂਰ ਨੇ, ਉਹਨਾਂ ਦਾ ਮਸਲਾ ਬਹੁਤ ਭਖਿਆ ਹੋਇਆ ਹੈ। ਤੁਸੀਂ ਹਦਾਇਤਾਂ ਕਰੋ ਸਰਕਾਰ ਨੂੰ ਕਿ ਉਹਨਾਂ ਦਾ ਰੱਖ ਰਖਾਅ, ਉਹਨਾਂ ਨੂੰ ਘਰੋਂ ਘਰੀ ਪਹੁੰਚਾਉਣ, ਉਹਨਾਂ ਨੂੰ ਆਰਥਿਕ ਸਹਾਇਤਾ ਦੇਣ, ਉਹਨਾਂ ਦੇ ਰੋਟੀ ਪਾਣੀ ਦਾ ਪ੍ਰਬੰਧ ਕਰਨ, ਅਤੇ ਉਹਨਾਂ ਲਈ ਹੋਰ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਉਸ ਸੰਦਰਭ ਵਿੱਚ ਸਰਕਾਰ ਦੀ ਖਿਚਾਈ ਕੀਤੀ ਜਾਵੇ, ਜਾਂ ਸਰਕਾਰ 'ਤੇ ਜਵਾਬਦੇਹੀ ਕੀਤੀ ਜਾਵੇ ਕਿ ਕਿਸ ਤਰ੍ਹਾਂ ਸਰਕਾਰ ਕਾਰਜ ਕਰ ਰਹੀ ਹੈ। ਇਸ ਮਾਮਲੇ 'ਤੇ ਅਦਾਲਤ ਵੱਲੋਂ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ। ਸੋ ਸਰਕਾਰ ਵੱਲੋਂ ਜਿਹੜੇ ਸੋਲਿਸਿਟਰ ਜਨਰਲ ਸੀ ਤੁਸ਼ਾਰ ਮਹਿਤਾ, ਉਹ ਅਦਾਲਤ ਵਿੱਚ ਪੇਸ਼ ਹੋਏ। ਉਹਨਾਂ ਦਾ ਰੁਖ ਦੇਖਣ ਵਾਲਾ ਸੀ। ਉਹ ਇੰਨੇ ਹਮਲਾਵਰ ਰੁਖ ਨਾਲ, ਈਵਨ ਜੱਜਾਂ ਤੱਕ ਨੂੰ ਹਮਲਾਵਰ ਰੁਖ ਨਾਲ ਪਏ। ਉਹਨਾਂ ਨੇ ਪਹਿਲਾਂ ਉਹਨਾਂ ਵਕੀਲਾਂ 'ਤੇ ਤਵਾ ਲਾਇਆ। ਉਹਨਾਂ ਆਖਿਆ ਕਿ ਇਹ ਵਿਹਲੇ ਲੋਕ ਨੇ ਜਿਹੜੇ ਏਅਰ ਕੰਡੀਸ਼ਨਡ ਘਰਾਂ ਵਿੱਚ ਰਹਿੰਦੇ ਨੇ, ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ, ਸਰਕਾਰ ਦੇ ਖਿਲਾਫ ਟਿੱਪਣੀਆਂ ਕਰਨ ਤੋਂ ਬਿਨਾਂ ਇਹਨਾਂ ਨੂੰ ਕੁਛ ਨਹੀਂ ਆਉਂਦਾ। ਇਹਨਾਂ ਵਿਹਲੜ ਲੋਕਾਂ ਨੇ ਹੀ ਦੇਸ਼ ਦਾ ਇੱਕ ਤਰ੍ਹਾਂ ਨਾਲ ਜੀਣਾ ਮੁਹਾਲ ਕੀਤਾ ਹੋਇਆ ਹੈ। ਉਹਨਾਂ ਇਹ ਵੀ ਪੁੱਛਿਆ ਕਿ ਇਹਨਾਂ ਨੂੰ ਪੁੱਛਿਆ ਜਾਵੇ ਕਿ ਇਹਨਾਂ ਲੋਕਾਂ ਨੇ, ਇਹਨਾਂ ਵਿੱਚੋਂ ਕਿਸੇ ਇੱਕ ਨੇ ਵੀ 5 ਪੈਸੇ ਵੀ ਸਰਕਾਰ ਲਈ ਦਿੱਤੇ ਹਨ।
ਉਹਨਾਂ ਗਰੀਬਾਂ ਲਈ ਦਿੱਤੇ ਹਨ। ਸੋ ਉਹਨਾਂ ਨੇ ਇੱਕ ਬਕਾਇਦਾ ਕਈਆਂ ਦੇ ਨਾਂ ਲੈ ਕੇ ਤੇ ਕਪਿਲ ਸਿੱਬਲ ਨੂੰ ਪੁੱਛਿਆ ਵੀ ਕਪਿਲ ਸਿੱਬਲ ਦੱਸੇ ਵੀ ਉਸਨੇ ਕਿੰਨੇ ਪੈਸੇ ਦਿੱਤੇ ਹਨ, ਤੇ ਕਪਿਲ ਸਿੱਬਲ ਨੇ ਦੱਸਿਆ ਵੀ ਮੈਂ 4 ਕਰੋੜ ਰੁਪਇਆ ਦਿੱਤਾ ਹੈ ਮਜ਼ਦੂਰਾਂ ਲਈ ਜਾਂ PM ਕੇਅਰ ਫੰਡ ਲਈ ਜਾਂ ਕਿਤੇ ਵੀ ਜਿੱਥੇ ਉਹਨੇ ਚੈਰਿਟੀ ਲਈ ਦਿੱਤਾ ਹੈਗਾ। ਸੋ ਇੰਨਾ ਹਮਲਾਵਰ ਰੁਖ ਸੀ ਤੁਸ਼ਾਰ ਮਹਿਤਾ ਦਾ। ਉਹਨੇ ਆਖਿਆ ਕਿ ਇਹ ਵਿਹਲੇ ਲੋਕ ਇਕੱਠੇ ਹੋ ਕੇ ਸਰਕਾਰ 'ਤੇ ਟਿੱਪਣੀਆਂ ਕਰ ਰਹੇ ਨੇ, ਤੇ ਉਹ ਆਪਣੀਆਂ ਜਦੋਂ ਇਹ ਸਾਰੀਆਂ ਟਿੱਪਣੀਆਂ ਮੁਕਾ ਬੈਠੇ ਤੇ ਹਲੇ ਵੀ ਉਹ ਗਰਮਜੋਸ਼ੀ ਵਿੱਚ ਸਨ, ਤਾਂ ਉਹਨਾਂ ਨੇ ਇੱਥੋਂ ਤੱਕ ਗੱਲ ਕਹਿ ਦਿੱਤੀ ਕਿ ਅਦਾਲਤਾਂ ਵੀ ਸਮਾਨਾਂਤਰ ਸਰਕਾਰ ਚਲਾ ਰਹੀਆਂ ਹਨ। ਉਹ ਕਹਿੰਦਾ ਵੀ ਸੁਪਰੀਮ ਕੋਰਟ ਨੇ ਜਦੋਂ ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ 'ਤੇ ਕੋਈ ਵੀ ਦਖਲ ਦੇਣ ਤੋਂ ਨਾ ਕਰ ਦਿੱਤੀ ਸੀ, ਤਾਂ ਗੁਜਰਾਤ, ਉੜੀਸਾ ਤੇ ਹੋਰ ਕਈ ਹਾਈ ਕੋਰਟਸ ਜਿਨ੍ਹਾਂ ਦਾ ਉਹਨਾਂ ਨੇ ਨਾਂ ਲਿਆ, ਕਹਿੰਦਾ ਵੀ ਉਹ ਹਾਈ ਕੋਰਟ ਜਾਂ ਤਮਿਲਨਾਡੂ ਵੀ ਉਹ ਹਾਈ ਕੋਰਟਸ ਆ ਆਪਣੇ ਤੌਰ 'ਤੇ ਹੀ ਸਰਕਾਰ ਦੇ ਖਿਲਾਫ ਟਿੱਪਣੀਆਂ ਕਰ ਰਹੀਆਂ ਨੇ। ਕਹਿੰਦਾ ਇਸ ਤਰ੍ਹਾਂ ਲੱਗ ਰਿਹਾ ਵੀ ਅਦਾਲਤਾਂ ਸਰਕਾਰ ਤੋਂ ਉੱਪਰ ਚਲੇ ਗਈਆਂ ਨੇ ਜਾਂ ਸਮਾਨਾਂਤਰ ਸਰਕਾਰ ਚਲਾ ਰਹੀਆਂ ਨੇ। ਸੋ ਤੁਸ਼ਾਰ ਮਹਿਤਾ ਦਾ ਜਿਹੜੇ ਸੋਲਿਸਿਟਰ ਜਨਰਲ ਆ ਉਹਨਾਂ ਦਾ ਇਹੋ ਜਿਹਾ ਰੁਖ ਔਰ ਇਹੋ ਜਿਹੇ ਲੋਕਾਂ ਦਾ ਲਾਅ ਫਟਰਨਿਟੀ ਵਿੱਚ ਆਉਣਾ ਵੀ ਜਿਹੜੇ ਅਦਾਲਤਾਂ ਦੀ ਇੱਜ਼ਤ ਔਰ ਅਦਾਲਤਾਂ ਦੀ ਜਿਹੜੀ ਇੱਕ ਗਰਿਮਾ ਹੁੰਦੀ ਹੈ ਜਾਂ ਜਿਹੜਾ ਉਹਨਾਂ ਦਾ ਮਾਣ ਸਤਿਕਾਰ ਹੁੰਦਾ ਹੈ, ਜਿਹੜੇ ਉਹ ਤੋਂ ਉੱਪਰ ਜਾ ਕੇ ਇੱਕ ਤਰ੍ਹਾਂ ਨਾਲ ਇਹ ਧਮਕੀਆਂ ਸੀ, ਸਪਸ਼ਟ ਰੂਪ ਵਿੱਚ ਧਮਕੀਆਂ ਸੀ ਵੀ ਅਦਾਲਤਾਂ ਆਪਣੇ ਆਪ ਵਿੱਚ ਆਪਣੇ ਕਾਇਦਿਆਂ ਤੋਂ ਜਾਂ ਆਪਣੀਆਂ ਬਾਉਂਡਰੀਜ਼ ਤੋਂ ਬਾਹਰ ਨਾ ਜਾਣ। ਇੱਕ ਤਰ੍ਹਾਂ ਨਾਲ ਅਸਿੱਧੇ ਤੌਰ 'ਤੇ ਉਹਨਾਂ ਨੇ ਧਮਕੀ ਦਿੱਤੀ ਹੈ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਟੈਲੀਵਿਜ਼ਨ ਡਿਬੇਟਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਾਂ ਹੋਰ ਸੱਤਾਧਾਰੀ ਨੇਤਾ ਵਿਰੋਧੀ ਧਿਰਾਂ ਨੂੰ ਸਪਸ਼ਟ ਰੂਪ ਵਿੱਚ ਧਮਕੀਆਂ ਦਿੰਦੇ ਦੇਖੇ ਜਾ ਰਹੇ ਹਨ। ਉਸੇ ਤਰ੍ਹਾਂ ਕਾਨੂੰਨੀ ਤੌਰ 'ਤੇ ਇੱਕ ਅਦਾਲਤ ਵਿੱਚ ਭਾਰਤ ਦੇ ਸੋਲਿਸਿਟਰ ਜਨਰਲ ਨੇ ਇਹ ਧਮਕੀ ਹੈ ਜਿਹੜੀ ਉਹ ਦਿੱਤੀ ਆ ਵੀ ਅਦਾਲਤਾਂ ਆਪਣੇ ਆਪ ਵਿੱਚ ਰਹਿਣ। ਜਾਣੀ ਇੰਟਰੈਕਟਲੀ ਉਹਨਾਂ ਨੇ ਇਹ ਸੰਦੇਸ਼ ਦਿੱਤਾ ਵੀ ਅਦਾਲਤਾਂ ਆਪਣੇ ਆਪ ਵਿੱਚ ਰਹਿਣ, ਉਹ ਆਪਣੀ ਮਰਿਆਦਾ ਤੋਂ ਜਾਂ ਆਪਣੇ ਘੇਰੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰ, ਉਹ ਸਰਕਾਰ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਨਾ ਕਰਨ। ਸਿੱਧਾ ਸੰਦੇਸ਼ ਇਹ ਸੀ। ਸੋ ਹੁਣ ਦੇਖਿਆ ਜਾ ਸਕਦਾ ਵੀ ਸਿਸਟਮ ਵਿੱਚ ਕਿੰਨੇ ਵਿਗਾੜ ਪੈਦਾ ਹੋ ਗਏ ਨੇ ਵੀ ਜਦੋਂ ਇੱਕ ਸੋਲਿਸਿਟਰ ਜਨਰਲ ਜੱਜਾਂ ਤੱਕ ਨੂੰ ਇੰਡਾਇਰੈਕਟਲੀ ਧਮਕੀਆਂ ਦੇ ਰਿਹਾ ਹੈ ਵੀ ਹਾਂ ਉਹ ਸਰਕਾਰੀ ਕੰਮਕਾਜ 'ਤੇ ਟਿੱਪਣੀਆਂ ਨਾ ਕਰਨ। ਸੋ ਅਸੀਂ ਦੇਖ ਸਕਦੇ ਹਾਂ ਵੀ ਡੈਮੋਕ੍ਰੈਟਿਕ ਫੈਬਰਿਕ ਵਿੱਚ ਕਿੰਨੇ ਸਾਰੇ ਛੇਦ ਹੋ ਰਹੇ ਨੇ, ਕਿੰਨੀਆਂ ਮੋਹਰੀਆਂ ਹੋ ਰਹੀਆਂ ਨੇ ਵੀ ਇਹ ਹਾਲਾਤ ਜਿਹੜੇ ਇੱਥੋਂ ਤੱਕ ਪਹੁੰਚ ਗਏ ਨੇ ਵੀ ਮੀਡੀਆ ਨੂੰ ਕਾਬੂ ਕਰਨ ਤੋਂ ਬਾਅਦ ਉਹਨਾਂ ਨੇ ਅਦਾਲਤਾਂ ਨੂੰ ਵੀ ਹੌਲੀ ਹੌਲੀ ਇੱਕ ਤਰ੍ਹਾਂ ਨਾਲ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਸੁਪਰੀਮ ਕੋਰਟ ਵਿੱਚ ਬਹੁਤ ਸਾਰਾ ਮੈਨੀਪੂਲੇਸ਼ਨ ਹੋ ਚੁੱਕੀ ਹੈ। ਹੁਣ ਹਾਈ ਕੋਰਟਸ ਤੋਂ ਉਹ ਦੁਖੀ ਨੇ। ਹਾਈ ਕੋਰਟਸ ਨੇ ਜਿਹੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਉਸ ਸੰਦਰਭ ਵਿੱਚ ਹੀ ਤੁਸ਼ਾਰ ਮਹਿਤਾ ਨੇ ਇਸ ਤਰ੍ਹਾਂ ਦੀ ਸਖਤ ਰੁਖ ਹੈ ਜਿਹੜਾ ਲਿਆ ਹੈ ਵੀ ਉਹ ਸਰਕਾਰ ਬਣਨ ਦੀ ਕੋਸ਼ਿਸ਼ ਨਾ ਕਰ, ਸਰਕਾਰ ਨੂੰ ਤਾਂ ਇੱਕ ਤਰ੍ਹਾਂ ਨਾਲ ਕੋਈ ਤਸ਼ਬੀਹਾਂ ਦੇਣ ਦੀ ਕੋਸ਼ਿਸ਼ ਨਾ ਕਰੇ, ਸਰਕਾਰ ਨੂੰ ਸਲਾਹਾਂ ਦੇਣ ਦੀ ਕੋਸ਼ਿਸ਼ ਨਾ ਕਰੇ। ਸਰਕਾਰ ਨੂੰ ਪਤਾ ਹੈ ਅਸੀਂ ਕੀ ਕਰਨਾ। ਸੀਨੀਅਰ ਵਕੀਲਾਂ 'ਤੇ ਵੀ ਉਹਨਾਂ ਨੇ ਟਿੱਪਣੀਆਂ ਕੀਤੀਆਂ ਅਤੇ ਜੱਜਾਂ 'ਤੇ ਜਾਂ ਅਦਾਲਤਾਂ 'ਤੇ ਵੀ ਟਿੱਪਣੀਆਂ ਕੀਤੀਆਂ। ਅਸੀਂ ਸਮਝਦੇ ਹਾਂ ਵੀ ਇਹ ਗੱਲਾਂ ਨੇ ਜਿਹੜੀਆਂ ਪੋਲੀਟੀਕਲੀ ਡੈਮੋਕ੍ਰੈਟਿਕ ਫੈਬਰਿਕ ਲਈ ਦੁਖਦਾਈ ਨੇ। ਜਿਹੜੇ ਸੀਨੀਅਰ ਸਿਟੀਜ਼ਨਸ ਆ, ਜਿਹੜੇ ਜਮਹੂਰੀਅਤ ਪਸੰਦ ਲੋਕ ਨੇ ਔਰ ਜਿਹੜੇ ਜਮਹੂਰੀਅਤ ਨੂੰ ਬਚਾਉਣਾ ਚਾਹੁੰਦੇ ਆ ਭਾਰਤ ਵਿੱਚ, ਉਹਨਾਂ ਨੂੰ ਇਸ ਮਾਮਲੇ 'ਤੇ ਅੱਗੇ ਆ ਕੇ ਇਹ ਸਭ ਕਾਸੇ ਦੇ ਖਿਲਾਫ ਆ ਜਿਹੜੀ ਆਵਾਜ਼ ਉਠਾਉਣੀ ਚਾਹੀਦੀ ਹੈ। ਦੂਜਾ ਮਾਮਲਾ ਫਿਰ ਅਦਾਲਤਾਂ ਨਾਲ ਹੀ ਸੰਬੰਧਿਤ ਹੈ। ਇਸ ਸੰਬੰਧ ਵਿੱਚ ਇਹ ਹੈਗਾ ਵੀ ਦਿੱਲੀ ਦੀ ਇੱਕ ਅਦਾਲਤ ਨੇ ਦੋ ਕੇਸਾਂ ਵਿੱਚ ਜ਼ਮਾਨਤ ਦਾ ਫੈਸਲਾ ਆਇਆ ਦਿੱਲੀ ਦੀਆਂ ਅਦਾਲਤਾਂ ਵੱਲੋਂ। ਇੱਕ ਹੈਗਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸੀ ਇੱਕ ਔਰਤ, ਜਿਹੜੀ ਮੁਸਲਿਮ ਔਰਤ ਹੈ, ਉਹ ਗਰਭਵਤੀ ਔਰਤ ਹੈ, ਉਹਨੂੰ ਸ਼ਾਂਤਮਈ ਪ੍ਰੋਟੈਸਟ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੋਇਆ ਹੈ ਕਿ ਉਹ ਜਿਹੜਾ ਸਿਟੀਜ਼ਨ ਕਾਨੂੰਨ ਸੀਗਾ ਉਹਦੇ ਖਿਲਾਫ ਧਰਨੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਈ ਸੀ। ਸੋ ਉਹਦੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਅਦਾਲਤ ਵਿੱਚ, ਉਹ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਇੱਕ ਗਰਭਵਤੀ ਔਰਤ ਹੈ, ਇੱਕ ਜੇਲ੍ਹ ਵਿੱਚ ਰਹਿ ਰਹੀ ਹੈ ਮਹੀਨੇ ਡੇਢ ਮਹੀਨੇ ਤੋਂ, ਔਰ ਕਰੋਨਾ ਵਾਇਰਸ ਦੀ ਬਿਮਾਰੀ ਦਾ ਪ੍ਰਕੋਪ ਹੈ, ਜਾਣੀ ਸਾਰਾ ਕੁਝ ਇਹ ਦੇਖਦੇ ਹੋਏ ਵੀ ਉਹਦੇ ਬਾਵਜੂਦ ਸਿਰਫ ਸ਼ਾਂਤਮਈ ਪ੍ਰਦਰਸ਼ਨ ਦੇ ਮਾਮਲੇ ਵਿੱਚ ਉਹਦੇ 'ਤੇ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਲਾਇਆ ਗਿਆ ਹੈ। ਸੋ ਇੱਕ ਸ਼ਾਂਤਮਈ ਪ੍ਰਦਰਸ਼ਨ ਕਰਨ 'ਤੇ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਲਾਇਆ ਗਿਆ ਹੈ। ਦੂਜੇ ਪਾਸੇ ਇੱਕ ਉਸ ਵਿਅਕਤੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਜੋ ਨਜਾਇਜ਼ ਹਥਿਆਰਾਂ ਦਾ ਧੰਦਾ ਕਰਦਾ ਹੈ, ਔਰ ਦਿੱਲੀ ਦੇ ਜਿਹੜਾ ਫਰਵਰੀ ਵਿੱਚ ਕਤਲੇਆਮ ਹੋਇਆ ਉਸ ਵੇਲੇ ਉਹਨੂੰ ਗ੍ਰਿਫਤਾਰ ਕੀਤਾ ਗਿਆ। ਉਹਦੇ ਕੋਲੋਂ 5 ਪਿਸਤੌਲ ਅਤੇ ਕੁਝ ਜਿਹੜੀਆਂ ਗੋਲੀਆਂ ਨੇ ਉਹ ਬਰਾਮਦ ਹੋਈਆਂ, ਔਰ ਪੁਲਿਸ ਦਾ ਕਹਿਣਾ ਹੈ ਕਿ ਇਹ 2 ਸਾਲਾਂ ਤੋਂ ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਲਿਆ ਕੇ ਵੇਚ ਰਿਹਾ ਹੈ ਅਤੇ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਸਮਗਲਿੰਗ ਦਾ ਗੈਂਗ ਜਾਂ ਹਿੰਸਾ ਵੇਲੇ ਉਹ ਔਨ ਰੋਡ ਸੀ, ਸੜਕ 'ਤੇ ਸੀਗਾ ਉਹ ਬੰਦਾ। ਸੋ ਉਹਨੂੰ ਇਹ ਬਹਾਨਾ ਲਾ ਕੇ ਜ਼ਮਾਨਤ ਦੇ ਦਿੱਤੀ ਗਈ ਹੈ ਕਿ ਕਰੋਨਾ ਵਾਇਰਸ ਕਾਰਨ ਇਹਦੀ ਕਿਤੇ ਜੇਲ੍ਹ ਵਿੱਚ ਮੌਤ ਨਾ ਹੋ ਜਾਵੇ। ਸੋ ਜਿਹਦੇ ਕੋਲੋਂ ਹਥਿਆਰ ਮਿਲੇ ਨੇ ਔਰ ਜਿਹੜਾ ਹਥਿਆਰਾਂ ਨਾਲ ਫੜਿਆ ਗਿਆ ਹੈ ਵਿਅਕਤੀ, ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਇੱਕ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੀ ਗਰਭਵਤੀ ਔਰਤ ਨੂੰ ਜ਼ਮਾਨਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਦਾ ਇੱਕ ਤੀਜਾ ਮਾਮਲਾ ਦਿੱਲੀ ਦੀ ਅਦਾਲਤ ਵਿੱਚ ਪੇਸ਼ ਹੋਇਆ ਹੈ, ਜਿਹਦੇ ਵਿੱਚ
ਕਿ ਇਸੇ ਤਰ੍ਹਾਂ ਉਸ ਔਰਤ ਵਾਂਗੇ ਕੁਝ ਇੱਕ ਹੋਰ ਔਰਤ ਹੈ ਜਿਹੜੀ ਉਹ ਇਸ ਕੇਸ ਵਿੱਚ ਫੜੀ ਹੋਈ ਹੈ, ਇਹ ਧਰਨੇ ਪ੍ਰਦਰਸ਼ਨਾਂ ਦੇ ਕੇਸ ਵਿੱਚ। ਉਹਦੇ ਬਾਰੇ ਜਿਹੜੇ ਜੱਜ ਨੇ ਮਿਸਟਰ ਧਰਮਿੰਦਰ ਰਾਣਾ, ਉਹਨਾਂ ਨੇ ਟਿੱਪਣੀਆਂ ਕਰੀਆਂ, ਕਿਉਂਕਿ ਉਹਨੂੰ ਹਾਲੇ ਜ਼ਮਾਨਤ ਨਹੀਂ ਦਿੱਤੀ ਗਈ, ਉਹਨੂੰ 1 ਮਹੀਨੇ ਲਈ ਹਾਲੇ ਫੇਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਧਰਮਿੰਦਰ ਰਾਣਾ ਨੇ ਆਖਿਆ ਹੈਗਾ ਵੀ ਜਿਹੜੀ ਦਿੱਲੀ ਦੇ ਕਤਲੇਆਮ ਦੀ ਜਾਂਚ ਆ ਉਹ ਇੱਕ ਪਾਸੜ ਹੋ ਰਹੀ ਆ। ਉਹਨਾਂ ਨੇ ਇਹ ਇਨਡਾਇਰੈਕਟ ਅਸਿੱਧੀ ਟਿੱਪਣੀ ਕਰੀ ਆ। ਉਹਨਾਂ ਨੇ ਇਹ ਨਹੀਂ ਕਿਹਾ ਵੀ ਕਿਹੜੇ ਧਰਮ ਦੇ ਵੱਲ ਜਾ ਰਹੀ ਆ, ਜਿਹੜੀ ਇਹ ਸਮਝਿਆ ਜਾ ਸਕਦਾ ਵੀ ਉਹ ਕੀ ਕਹਿਣਾ ਚਾਹੁੰਦੇ ਆ। ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਜਿੰਨੀ ਕਿ ਉਹਨਾਂ ਦੀਆਂ ਵਾਗਾਂ ਖੁੱਲ੍ਹੀਆਂ ਨੇ ਯਾਰ, ਜਿੰਨਾ ਕੁ ਉਹਨਾਂ 'ਤੇ ਪ੍ਰੈਸ਼ਰ ਹੈਗਾ ਆ, ਨਹੀਂ ਘੱਟ ਪ੍ਰੈਸ਼ਰ ਆ, ਉਸ ਹਿਸਾਬ ਨਾਲ ਉਹਨਾਂ ਨੇ ਇੱਕ ਸੰਕੇਤ ਦੇ ਦਿੱਤਾ ਹੈ ਕਿ ਜਿਹੜਾ ਦਿੱਲੀ ਕਤਲੇਆਮ ਦਾ ਮਸਲਾ ਹੈ ਉਹ ਇੱਕ ਪਾਸੜ ਜਾਂਚ ਹੋ ਰਹੀ ਹੈ। ਜਿਹੜੀ ਸਪਸ਼ਟ ਸੰਕੇਤ ਸੀ, ਕਿਉਂਕਿ ਉਹ ਜਿਹੜੀਆਂ ਬੱਚੀਆਂ ਫੜੀਆਂ ਹੋਈਆਂ ਨੇ ਉਹ ਮੁਸਲਮਾਨ ਧਰਮ ਨਾਲ ਸੰਬੰਧਿਤ ਨੇ, ਸੋ ਕਤਲੇਆਮ ਵੀ ਜ਼ਿਆਦਾ ਮੁਸਲਿਮ ਲੋਕਾਂ ਦਾ ਹੀ ਹੋਇਆ ਹੈ। ਸੋ ਇਹ ਦਿੱਲੀ ਦੇ ਜੱਜ ਦੀਆਂ ਟਿੱਪਣੀਆਂ ਆ ਰਹੀਆਂ ਨੇ। ਸੋ ਹੁਣ ਦੇਖੋ, ਉਹਨਾਂ ਨੇ 2 ਜਿਹੜੇ ਪੁਲਿਸ ਆਫੀਸਰ ਉੱਥੇ ਪੇਸ਼ ਹੋਏ ਉਸ ਕਾਰਵਾਈ ਦੇ ਮਾਮਲੇ ਵਿੱਚ, ਉਹਨਾਂ ਨੂੰ ਵੀ ਕਾਫੀ ਸਵਾਲ ਪੁੱਛੇ, ਪਰ ਉਹ ਪੁਲਿਸ ਆਫੀਸਰ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਸੋ ਅਸੀਂ ਦੇਖ ਸਕਦੇ ਹਾਂ ਕਿ ਵਨ ਸਾਈਡਡ ਟਰੈਕ 'ਤੇ ਜਿਹੜਾ ਭਾਰਤੀ ਅਦਾਲਤੀ ਸਿਸਟਮ ਆ ਉਹ ਚੱਲ ਰਿਹਾ। ਸੋ ਕਿਸੇ ਦਾ ਧਰਮ ਦੇਖ ਕੇ ਜ਼ਮਾਨਤਾਂ ਦਿੱਤੀਆਂ ਜਾ ਰਹੀਆਂ ਨੇ, ਕਿਸੇ ਦਾ ਧਰਮ ਦੇਖ ਕੇ ਹੀ ਫੈਸਲੇ ਹੋ ਰਹੇ ਨੇ। ਸੋ ਜਿਹੜਾ ਹਥਿਆਰਾਂ ਨਾਲ ਫੜਿਆ ਗਿਆ ਵਿਅਕਤੀ ਹੈ, ਜਿਹਨੂੰ ਜ਼ਮਾਨਤ ਦੇ ਦਿੱਤੀ ਗਈ ਹੈ, ਉਹ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਹੈ, ਅਤੇ ਜਿਹੜੀਆਂ ਬੱਚੀਆਂ ਫੜੀਆਂ ਹੋਈਆਂ ਨੇ ਉਹ ਮੁਸਲਿਮ ਧਰਮ ਨਾਲ ਸੰਬੰਧ ਰੱਖਦੀਆਂ ਹੋਈਆਂ ਹਨ। ਉਹਨਾਂ ਨੂੰ ਕਿਸੇ ਨੂੰ ਵੀ ਜ਼ਮਾਨਤ ਨਹੀਂ ਦਿੱਤੀ ਗਈ, ਜਦੋਂ ਕਿ ਦੂਜੇ ਪਾਸੇ ਉਸ ਵਿਅਕਤੀ ਨੂੰ ਜੋ ਹਥਿਆਰਾਂ ਨਾਲ ਸਮੇਤ ਹਥਿਆਰਾਂ ਦੇ ਬਰਾਮਦਗੀ ਹੋਈ ਹੈ ਜਿਹਦੇ ਕੋਲੋਂ, ਉਹਨੂੰ ਜ਼ਮਾਨਤ ਦੇ ਦਿੱਤੀ ਗਈ ਹੈ, ਇਹ ਬਹਾਨਾ ਲਾ ਕੇ ਕਿ ਕਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਉਸ ਦੀ ਮੌਤ ਨਾ ਹੋ ਜਾਵੇ। ਹੁਣ ਦੇਖ ਸਕਦੇ ਹਾਂ ਆਪਾਂ ਵੀ ਜਿਸ ਕਿਸਮ ਦਾ ਅਦਾਲਤੀ ਢਾਂਚਾ ਸਾਡੇ ਸਾਹਮਣੇ ਆ ਰਿਹਾ ਹੈ, ਔਰ ਜਿਸ ਕਿਸਮ ਦੇ ਲੀਹ 'ਤੇ ਅਦਾਲਤੀ ਢਾਂਚਾ ਚੱਲ ਰਿਹਾ ਹੈ, ਭਾਰਤੀ ਮੀਡੀਆ ਤੋਂ ਬਾਅਦ ਅਸੀਂ ਸਮਝਦੇ ਹਾਂ ਵੀ ਅਦਾਲਤੀ ਢਾਂਚੇ ਵਿੱਚ ਵੀ ਬਹੁਤ ਸਾਰੀ ਡੀਜਨਰੇਸ਼ਨ ਹੋ ਰਹੀ ਹੈ, ਉਹਨੂੰ ਖੂਰਾ ਲੱਗ ਰਿਹਾ ਹੈ। ਸੋ ਜਿਹੜੀਆਂ ਜਮਹੂਰੀਅਤ ਪਸੰਦ ਸ਼ਕਤੀਆਂ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਾਹਮਣੇ ਆਉਣ ਅਤੇ ਇਸ ਕਿਸਮ ਦੀਆਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਉਹਨਾਂ ਨੂੰ ਬਚਾਉਣ ਦਾ ਯਤਨ ਕਰਨ।